ਵਾਹਿਗੁਰੂ 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 ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕਾਂ, ਤੂੰ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹਿਲਾ ਚੌਥਾ। ਆਪੇ ਜੋਗੀ ਜੁਗਤ ਜੁਗਾਹਾਂ, ਆਪੇ ਨਿਰਭਉ ਤਾੜੀ ਲਾਹਾ। ਆਪੇ ਹੀ ਆਪ ਆਪ ਵਰਤੈ, ਆਪੇ ਨਾਮ ਉਮਾਹਾ ਰਾਮ। ਆਪੇ ਦੀਪ ਲੋ ਦੀਪਾਹਾ, ਆਪੇ ਸਤਿਗੁਰ ਸਮੁੰਦ ਮਥਾਹਾ। ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਓਮਾਹਾ ਰਾਮ। ਸਖੀ ਮਿਲੋ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪੋ ਹਰਿ ਲਾਹਾ। ਹਰਿ ਹਰਿ ਭਗਤ ਦ੍ਰਿੜੀ ਮਨ ਭਾਈ, ਹਰਿ ਹਰਿ ਨਾਮ ਓਮਾਹਾ ਰਾਮ। ਆਪੇ ਵਡ ਦਾਣਾ ਵਡ ਸ਼ਾਹਾ, ਗੁਰਮੁਖ ਪੂੰਜੀ ਨਾਮ ਵਿਸਾਹਾ। ਹਰਿ ਹਰਿ ਦਾਤ ਕਰੋ ਪ੍ਰਭ ਭਾਵੈ, ਗੁਣ ਨਾਨਕ ਨਾਮ ਓਮਾਹਾ ਰਾਮ। ਆਪੇ ਵਡ ਦਾਣਾ ਵਡ ਸ਼ਾਹਾ, ਗੁਰਮੁਖ ਪੂੰਜੀ ਨਾਮ ਵਿਸਾਹਾ। ਹਰਿ ਹਰਿ ਦਾਤ ਕਰੋ ਪ੍ਰਭ ਭਾਵੈ, ਗੁਣ ਨਾਨਕ ਨਾਮ ਓਮਾਹਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਹਲਤ ਪਲਤ ਦੇ ਸਵਾਰਨਹਾਰ, ਕਰੋੜਾਂ ਬ੍ਰਹਮੰਡਾਂ ਦੇ ਸੁਆਮੀ, ਦਸਾਂ ਪਾਤਸ਼ਾਹੀਆਂ ਜੀ ਕੀ ਆਤਮਿਕ ਜੋਤ। ਜੁਗੋ ਜੁਗ ਅਟਲ
ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਮਨੁੱਖਾ ਜੀਵਨ ਬਖਸ਼ਿਆ ਆ, ਅੰਮ੍ਰਿਤ ਦੀ ਦਾਤ ਬਖਸ਼ੀ ਆ, ਸਵਾਸ ਬਖਸ਼ੇ ਆ, ਆਪਣੀ ਸੰਗਤ ਬਖਸ਼ਦੇ ਆ, ਬਾਣੀ ਦੀ ਵਿਚਾਰ ਬਖਸ਼ਦੇ ਆ, ਸਿਮਰਨ ਕਰਵਾਉਂਦੇ ਆ, ਸੰਗਤ ਦੀ ਚਰਨ ਤੋੜ ਦਿੰਦੇ ਆ। ਬਹੁਤ ਬਹੁਤ ਸ਼ੁਕਰਾਨਾ ਹੈ ਗੁਰੂ ਪਾਤਸ਼ਾਹ ਦਾ, ਕੋਟਾਨ ਕੋਟ ਸ਼ੁਕਰਾਨਾ ਹੈ। ਜੋ ਬਖਸ਼ਿਸ਼ ਗੁਰੂ ਸਾਹਿਬ ਆਪਾਂ ਨੂੰ ਦੇ ਰਹੇ ਆ, ਇਸ ਦਾ ਕੋਈ ਮੁੱਲ ਨਹੀਂ, ਇਸ ਦੀ ਕੋਈ ਕੀਮਤ ਨਹੀਂ। ਦੁਨਿਆਵੀ ਤੌਰ 'ਤੇ ਕੋਈ ਵੀ ਬੰਦਾ ਜਿੰਨਾ ਮਰਜ਼ੀ ਧਨਾੜ ਆ, ਜਿੰਨਾ ਮਰਜ਼ੀ ਪੈਸਾ ਆ ਉਹਦੇ ਕੋਲ, ਪਰ ਇਹ ਬਖਸ਼ਿਸ਼ਾਂ ਉਸ ਧਨ ਨਾਲ ਮਿਲਦੀਆਂ ਹੀ ਨਹੀਂ ਆ। ਉਸ ਧਨ ਦੀ ਕੀਮਤ ਦੇ ਬਦਲੇ ਵੀ ਇਹ ਬਖਸ਼ਿਸ਼ ਨਹੀਂ ਮਿਲਦੀ। ਇਹ ਅਮੁੱਲੀ ਆ, ਮੁੱਲ ਤੋਂ ਬਹੁਤ ਪਰੇ ਆ, ਇਹਦਾ ਕੋਈ ਮੁੱਲ ਹੀ ਨਹੀਂ ਆ, ਅਮੁੱਲੀ ਆ ਵਸਤ। ਉਹ ਗੁਰੂ ਪਾਤਸ਼ਾਹ ਨੇ ਤਰਸ ਕਰਕੇ ਦਿੱਤੀ ਆ। ਸਭ ਤੋਂ ਪਹਿਲਾਂ ਤਾਂ ਤਰਸ ਕੀਤਾ ਆ, ਜੋ ਨਾਂ ਚੋਂ ਕੱਢ ਕੇ ਉੱਤਮ ਜੂਨ ਮਨੁੱਖਾ ਜੀਵਨ ਬਖਸ਼ਿਆ, ਜਨਮ ਦਿੱਤਾ ਆ। ਉਹ ਵੀ ਬਖਸ਼ਿਸ਼ ਕਰਕੇ, ਤਰਸ ਕਰਕੇ ਅੱਗੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਨਮ ਹੋਇਆ। ਅੰਮ੍ਰਿਤ ਦੀ ਦਾਤ ਬਖਸ਼ੀ ਗੁਰੂ ਸਾਹਿਬ ਨੇ। ਬੇਅੰਤ ਸ਼ੁਕਰਾਨਾ ਹੈ, ਸ਼ੁਕਰ ਹੈ, ਸ਼ੁਕਰ ਹੈ। ਸੋ ਗੁਰੂ ਪਾਤਸ਼ਾਹ ਹਰ ਰੋਜ਼ ਆਪਾਂ ਨੂੰ ਘਰ ਬੈਠਿਆਂ ਹੀ ਸੰਗਤ ਬਖਸ਼ਦੇ ਆ, ਬਾਣੀ ਦੀ ਵਿਚਾਰ ਬਖਸ਼ਦੇ ਆ। ਜਿਹੜੇ ਸੁਣਦੇ ਆ ਉਹ ਲਾਹਾ ਲੈ ਜਾਂਦੇ ਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਜਨਮ ਗਵਾਏ ਜੀਓ। ਇੱਥੇ ਬੈਠਿਆਂ, ਸੰਗਤ ਦੇ ਵਿੱਚ ਬੈਠਿਆਂ ਵੀ ਮੇਰੇ ਵਰਗਾ ਮਨਮੁਖ ਹੁੰਦਾ ਆ, ਕਿ ਜਿਹੜਾ ਆਪਣੇ ਮਨ ਦੇ ਪਿੱਛੇ, ਮਨ ਦੀ ਸੁਣਦਾ ਆ, ਗੁਰੂ ਦੀ ਨਹੀਂ ਸੁਣਦਾ। ਇੱਦਾਂ ਵੀ ਹੁੰਦਾ ਆ ਕਿ ਅੱਜ ਦੇਖਦੇ ਆ ਕੌਣ ਕਥਾ ਤੇ ਆਇਆ। ਜੇ ਮੇਰੇ ਵਰਗਾ ਲੱਗਾ, ਕੋਈ ਵੀ ਆ, ਜਿਹਦੀ ਕਥਾ ਸਾਨੂੰ ਚੰਗੀ ਲੱਗਦੀ ਉਹ ਸੁਣਦੇ ਆ, ਜਿਹਦੀ ਨਹੀਂ ਚੰਗੀ ਲੱਗਦੀ ਤੇ ਉਹਦੀ ਆਪਾਂ ਸੁਣਦੇ ਨਹੀਂ। ਪਰ ਆਪਾਂ ਨੂੰ ਪਤਾ ਨਹੀਂ ਕਿ ਇੱਥੇ ਕਥਾ ਕਰਨ ਕੋਈ ਵੀ, ਕਿਸੇ ਦਾ ਵੀ ਨਾਂ ਲੈ ਲਓ, ਕਿੰਨੇ ਗੁਰਸਿੱਖ ਸੇਵਾ ਕਰਦੇ ਆ, ਉਹ ਤਾਂ ਬਸ ਸਰੀਰ ਵਰਤੇ ਆ ਗੁਰੂ ਸਾਹਿਬ ਨੇ। ਸੇਵਾ ਤਾਂ ਕਿਸੇ ਤੋਂ ਵੀ ਲੈ ਸਕਦੇ ਆ ਗੁਰੂ ਸਾਹਿਬ, ਬਸ ਸਿਰ 'ਤੇ ਹੱਥ ਹੀ ਰੱਖਣਾ। ਤੁਹਾਨੂੰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਤੇ ਸਿਰ 'ਤੇ ਛੜੀ ਰੱਖੀ ਸੀ ਇੱਕ, ਤੇ ਗੂੰਗੇ ਤੋਂ ਗੀਤਾ ਦੇ ਅਰਥ ਕਰਾਤੇ ਸੀ, ਪੰਡਤ ਦੀ ਬੋਲਤੀ ਬੰਦ ਕਰਤੀ। ਸੋ ਉਸ ਗੁਰਸਿੱਖ ਨੂੰ ਅੱਗੇ ਪ੍ਰਚਾਰ ਦੀ ਵੀ ਸੇਵਾ ਦਿੱਤੀ। ਗੁਰੂ ਸਾਹਿਬ ਸਮਰੱਥ ਆ, ਕਿਸੇ ਤੋਂ ਵੀ ਸੇਵਾ ਲੈ ਸਕਦੇ ਆ। ਤੇ ਦੂਜੀ ਗੱਲ, ਸੇਵਾ ਗੁਰੂ ਸਾਹਿਬ ਦੀ ਆ, ਗੁਰੂ ਸਾਹਿਬ ਆਪ ਲੈਂਦੇ ਆ। ਜੋ ਵੀ ਬੋਲ ਬੁਲਾਉਣਾ ਆ, ਆਪ ਹੀ ਕਰਾਉਂਦੇ ਆ। ਜੋ ਅੱਜ ਦਾ ਸ਼ਬਦ ਆ, ਇਹਦੇ ਵਿੱਚ ਗੁਰੂ ਸਾਹਿਬ ਨੇ ਇਹ ਸਾਰੀ ਗੱਲ ਸਮਝਾਈ ਆ ਕਿ ਵਾਹਿਗੁਰੂ ਆਪ ਹੀ ਕਰਦਾ ਆ, ਆਪ ਹੀ ਨਾਮ ਜਪਣ ਦਾ ਉਤਸ਼ਾਹ ਪੈਦਾ ਕਰਦਾ ਆ, ਆਪ ਹੀ ਨਾਮ ਜਪਾਉਂਦਾ ਆ। ਤੇ ਇੱਕ ਸੇਧ ਤੇ ਇੱਕ ਅਰਦਾਸ ਕਰਨ ਵਾਸਤੇ ਪ੍ਰੇਰਿਆ ਹੈ ਗੁਰੂ ਪਾਤਸ਼ਾਹ ਨੇ ਜੀਵ ਨੂੰ। ਜੋ ਅੱਜ ਦਾ ਸ਼ਬਦ ਆ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਕ 699 ਤੇ ਸੁਭਾਇਮਾਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੁਆਰਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ ਜੈਤਸਰੀ ਰਾਗ ਦੇ ਵਿੱਚ ਉਚਾਰਿਤ ਸ਼ਬਦ ਆ। ਸ਼ਬਦ ਦੇ ਕੁੱਲ 4 ਪਦੇ ਆ, ਵਿੱਚ ਰਹਾਉ ਦਾ ਪਦਾ ਨਹੀਂ ਆ। ਤੋ ਇਹ ਸਾਰਾ ਹੀ ਪਤਾ ਇੱਕ ਤੱਤ ਆ, ਕੇਂਦਰੀ ਭਾਵੀ ਆ ਕਹਿ ਲਓ। ਕਿ ਗੁਰੂ ਸਾਹਿਬ ਨੇ ਸਾਰੇ ਪਦੇ ਵਿੱਚ ਇੱਕ ਹੀ ਗੱਲ ਕੀਤੀ ਆ ਕਿ ਵਾਹਿਗੁਰੂ ਆਪ ਹੀ ਸਭ ਕੁਝ ਕਰਨ ਵਾਲਾ ਆ। ਤੂੰ ਕਰਨ ਕਾਰਨ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਔਰ ਨਾ ਕੋਈ। ਉਹਦੇ ਆਪੇ ਸਿਸ਼ਟ ਸਿਰਜੀ, ਆਪੇ ਫੁਨ ਗੋਈ। ਉਹ ਗੱਲ ਕਿਸੇ ਵਿਰਲੇ ਨੂੰ ਸਮਝ ਆਉਣੀ ਆ,
ਕਿਸੇ ਵਿਰਲੇ ਨੂੰ ਸਮਝ ਹੀ ਆਉਂਦੀ ਆ, ਸਮਝ ਉਹਨੂੰ ਆਉਂਦੀ ਆ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਆ। ਆਪਾਂ ਕਹਿੰਦੇ ਹਾਂ ਨਾ, ਕੋਈ ਵੀ ਪੁੱਛਦਾ ਜਾਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਭਾਈ ਕੀ ਹਾਲ ਆ, ਹਾਂਜੀ ਕਹਿੰਦੇ ਬੜੀ ਕਿਰਪਾ ਆ, ਵਾਹਿਗੁਰੂ ਦੀ ਕਿਰਪਾ ਆ। ਕਿਰਪਾ ਗੁਰਮਤਿ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦੁਆਰਾ ਜੋ ਕਿਰਪਾ ਸ਼ਬਦ ਵਰਤਦੇ ਨਾ ਗੁਰੂ ਸਾਹਿਬ, ਗੁਰੂ ਨਾਨਕ ਪਾਤਸ਼ਾਹ, ਕਿਰਪਾ ਬਹੁਤ ਉੱਚਾ ਸ਼ਬਦ ਆ। ਵੀ ਆਪਾਂ ਕਹਿੰਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਆ, ਗੁਰੂ ਨਾਨਕ ਦੀ ਕਿਰਪਾ ਆ। ਸੋ ਗੁਰੂ ਦੀ ਕਿਰਪਾ, ਵਾਹਿਗੁਰੂ ਦੀ ਕਿਰਪਾ ਕੀ ਹੁੰਦੀ ਆ? ਵਾਹਿਗੁਰੂ ਦੀ ਕਿਰਪਾ ਇਹੀ ਹੁੰਦੀ ਆ ਕਿ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਵਾਹਿਗੁਰੂ ਰਿਜ਼ਕ ਤਾਂ ਸਾਰਿਆਂ ਨੂੰ ਦੇ ਰਿਹਾ ਹੈ, ਸਾਰਿਆਂ ਨੂੰ ਸੰਭਾਲ ਕਰਦਾ ਆ, ਅਕਿਰਤ ਘਣਾ ਦੀ ਵੀ ਸੰਭਾਲ ਕਰਦਾ ਹੈ। ਵਾਹਿਗੁਰੂ ਬੜਾ ਬਖਸ਼ਣਹਾਰ ਆ ਤੇ ਬਹੁਤ ਸਮਰੱਥ ਆ, ਅਕਿਰਤ ਘਣਾ ਨੂੰ ਪਾਲਦਾ। ਰੱਬ ਨਾਨਕ ਮੈਨੂੰ ਪੰਕਤੀ ਭੁੱਲ ਗਈ ਵੀ ਵਾਹਿਗੁਰੂ ਸਮਰੱਥ ਆ, ਉਹ ਅਕਿਰਤ ਘਣਾ ਨੂੰ ਵੀ ਪਾਲਦਾ ਆ। ਤੇ ਦੂਜੀ ਗੱਲ ਇਹ ਆ ਕਿ ਕਿਰਪਾ ਦੀ ਗੱਲ ਆ, ਕਿਰਪਾ ਦਾ ਮਤਲਬ ਆ ਕਿ ਜਦੋਂ ਵਾਹਿਗੁਰੂ ਆਪਣੇ ਮੂੰਹੋਂ ਵਾਹਿਗੁਰੂ ਨਿਕਲਦਾ, ਆਪਾਂ ਨੂੰ ਸੰਗਤ ਮਿਲਦੀ ਆ, ਅੰਦਰੋਂ ਉਮਾਹ ਪੈਦਾ ਹੁੰਦਾ, ਉਤਸ਼ਾਹ ਪੈਦਾ ਹੋ ਜਾਂਦਾ ਆ ਕਿ ਮੈਂ ਨਾਮ ਹੀ ਜਪੀ ਜਾਵਾਂ। ਉਹ ਹੁੰਦੀ ਆ ਕਿਰਪਾ। ਕਿਰਪਾ ਉੱਥੋਂ ਸ਼ੁਰੂ ਹੁੰਦੀ ਆ, ਕਿਰਪਾ ਦੇ ਨਾਲ ਵਾਹਿਗੁਰੂ ਕਿਰਪਾ ਕਰਕੇ ਸੱਚਖੰਡ ਲੈ ਜਾਂਦਾ ਹੈ। ਉਹ ਐਂਡ ਆ, ਸਿਖਰ ਆ ਕਿਰਪਾ ਦਾ। ਤੇ ਕਿਰਪਾ ਸ਼ੁਰੂ ਇਹੀ ਆ ਕਿ ਜੇ ਆਪਣੇ ਕੋਲ ਨਾਮ ਨਹੀਂ ਜਪਿਆ ਜਾ ਰਿਹਾ, ਫਿਰ ਕਹਿ ਲਓ ਕਿ ਕਿਰਪਾ ਨਹੀਂ ਆ। ਆਪਾਂ ਬਾਹਰੋਂ ਉੱਦਾਂ ਹੀ ਕਹਿੰਦੇ ਆਪਣੇ ਮੂੰਹ 'ਤੇ ਚੜਿਆ ਵੀ ਹਾਂ ਵੀ ਕਿਰਪਾ ਆ। ਉਹ ਆਪਾਂ ਨੂੰ ਵੈਸੇ ਸੱਚ ਹੀ ਬੋਲਣਾ ਚਾਹੀਦਾ ਹੈ ਕਿ ਕਿਰਪਾ ਨਹੀਂ ਗੀ। ਦੂਜੀ ਕਿਰਪਾ ਇਹ ਆ ਕਿ ਵਾਹਿਗੁਰੂ ਨੇ ਸਰੀਰ ਬਖਸ਼ਿਆ, ਮਨੁੱਖਾ ਜੀਵਨ ਬਖਸ਼ਿਆ, ਸਾਹ ਆ ਰਹੇ ਆ, ਇਹ ਵੀ ਬਹੁਤ ਵੱਡੀ ਗੱਲ ਆ। ਵਾਹਿਗੁਰੂ ਦੀ ਕਿਰਪਾ ਹੀ ਆ, ਤਰਸ ਹੀ ਕੀਤਾ ਆ। ਇਹ ਦੂਜਾ ਪੱਖ ਆ, ਬਾਹਰੀ ਪੱਖ। ਪਰ ਗੁਰੂ ਸਾਹਿਬ ਜਿਹੜੀ ਕਿਰਪਾ ਦੀ ਗੱਲ ਕਰਦੇ ਨਾ, ਉਹ ਕਿਰਪਾ ਆ ਵਾਹਿਗੁਰੂ ਨਿਕਲੇ, ਵਾਹ ਨਿਕਲੇ, ਵਾਹਿਗੁਰੂ ਵਾਹਿਗੁਰੂ। ਅੰਦਰੋਂ ਮਨ ਧਿਆਏ, ਧਿਆਨ ਦੇ ਵਿੱਚ ਵਾਹਿਗੁਰੂ ਰਵੇ ਹਮੇਸ਼ਾ, ਜਿਹੜਾ ਕਿ ਸਾਨੂੰ ਸਾਰੇ ਜੀਵਾਂ ਨੂੰ ਰਿਜ਼ਕ ਦੇ ਰਿਹਾ ਆ, ਖਾਣ ਪੀਣ ਨੂੰ ਦੇ ਰਿਹਾ ਆ, ਸਾਹ ਦੇ ਰਿਹਾ ਆ, ਸਭ ਕੁਝ ਦੇ ਰਿਹਾ ਆ, ਸਾਰੇ ਜੀਵਾਂ ਦਾ ਦਾਤਾ ਆ। ਵਾਹਿਗੁਰੂ ਦੇ ਬੇਅੰਤ ਗੁਣ, ਬੇਅੰਤ ਗੁਣ ਤੇਰੇ ਏਤਕ ਗਾਵਾਂ ਰਾਮ। ਕਿੰਨੇ ਗੁਣ ਆ ਵਾਹਿਗੁਰੂ ਤੇਰੇ, ਮੈਂ ਕਿਹੜਾ ਗੁਣ ਬਿਆਨ ਕਰਾਂ। ਬਸ ਉਹਨੂੰ ਵਾਹਿਗੁਰੂ ਵਾਹਿਗੁਰੂ, ਹਨੇਰੇ ਤੋਂ ਪ੍ਰਕਾਸ਼ ਕਰਨ ਵਾਲੇ ਤੂੰ ਧੰਨ, ਗੁਰੂ ਤੂੰ ਧੰਨ, ਵਾਹ। ਬਸ ਇਹ ਆਖਣਾ ਹੈ। ਸੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਆਪ ਬਾਣੀ ਦੀ ਵਿਚਾਰ, ਸ਼ਬਦ ਦੀ ਵਿਚਾਰ ਕਰਾਉਣ। ਆਪੇ ਜੋਗੀ ਜੁਗਤ ਜੁਗਾ ਹਾਂ, ਆਪੇ ਨਿਰਭਉ ਤਾੜੀ ਲਾਹਾ। ਆਪੇ ਤੋਂ ਭਾਵ ਆ ਕਿ ਆਪ ਹੀ। ਇਹ ਭਾਈ ਇੱਥੇ ਇੱਕ ਗੱਲ ਸਮਝਣ ਵਾਲੀ ਹੋਰ ਆ, ਜਦੋਂ ਆਪਾਂ ਬਾਣੀ ਵਿਚਾਰਦੇ ਹਾਂ, ਸਾਰੇ ਗੁਰਸਿੱਖ ਬੜੇ ਸੂਝਵਾਨ, ਬਹੁਤ ਕਿਰਪਾ ਆ। ਜਾਂ ਤਾਂ ਜਿਹੜੇ ਗੁਰਸਿੱਖ ਜਿਹੜੇ ਜਵੈਨ ਹੁੰਦੇ ਆ, ਉਹ ਆਪ ਵੀ ਬਾਣੀ ਵਿਚਾਰਦੇ ਆ, ਜੇ ਨਹੀਂ ਪੜ੍ਹਨੀ ਆਉਂਦੀ ਤੇ ਉਹ ਜ਼ਰੂਰ ਸੁਣਦੇ ਆ। ਸੋ ਸੁਣਨ ਦੇ ਨਾਲ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਆ ਕਿ ਗੁਰੂ ਸਾਹਿਬ ਕੀ ਕਹਿ ਰਹੇ ਆ। ਭਾਵੇਂ ਆਪਾਂ ਇਕੱਲੇ
ਇਕੱਲਾ ਗੁਰਸਿੱਖ ਕੋਈ ਪਾਠ ਹੀ ਕਰ ਰਿਹਾ, ਬਾਣੀ ਪੜ੍ਹ ਰਿਹਾ ਆ, ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਸਾਹਿਬ ਕੀ ਕਰ ਰਹੇ ਆ, ਉਹਨੂੰ ਅਰਥ ਪਤਾ ਲੱਗ ਜਾਂਦੇ ਆ। ਇੱਕ ਗੱਲ ਖਿਆਲ ਰੱਖਣ ਵਾਲੀ ਹੁੰਦੀ ਆ ਕਿ ਜੋ ਵੀ ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਕਿਸ ਪੁਰਖ ਦੀ ਗੱਲ ਕਰਦੇ ਪਏ, ਭਾਵ ਕਿ ਕਿਸ ਪਰਸਨ ਦੀ ਗੱਲ ਕਰਦੇ ਪਏ, ਉੱਤਮ ਪੁਰਖ, ਮੱਧਮ ਪੁਰਖ, ਜਾਨ ਪੁਰਖ ਦੀ ਗੱਲ ਕਰਦੇ। ਇੱਥੇ ਅਨਪੁਰਖ ਵਾਹਿਗੁਰੂ ਆ ਇਹ ਸ਼ਬਦ ਵਿੱਚ ਗੱਲ ਕੀਤੀ, ਜਿਹੜੀ ਪਹਿਲੇ ਪਦੇ 'ਚ, ਦੂਜੇ 'ਚ ਵੀ ਆ, ਤੀਜੇ 'ਚ ਮੱਧਮ ਪੁਰਖ ਨਾਲ ਸਿੱਧੀ ਗੱਲ ਕੀਤੀ ਆ। ਪਹਿਲੇ ਪਦੇ 'ਚ ਅਨਪੁਰਖ ਵਾਹਿਗੁਰੂ ਆ ਇੱਕ ਵਚਨ, ਤੇ ਮੱਧਮ ਪੁਰਖ ਇੱਦਾਂ ਕਹਿ ਸਕਦੇ ਹਾਂ ਆਪਾਂ ਕਿ ਗੁਰੂ ਸਾਹਿਬ ਆਪਾਂ ਨੂੰ ਸਮਝਾ ਰਿਹਾ ਕਿ ਭਾਈ ਵਾਹਿਗੁਰੂ ਆਪ ਹੀ ਜੋਗੀ ਆ, ਆਪ ਹੀ ਜੁਗਾਂ ਜੁਗਾਂ ਤੋਂ ਜਿਹੜੀ ਜੋਗ ਦੀ ਜੁਗਤ ਆ ਉਹ ਵੀ ਆਪ ਹੀ ਆ। ਮੱਧਮ ਪੁਰਖ ਨੂੰ ਇਹ ਸੰਬੋਧਨ ਕਰਕੇ ਕਹਿਣਾ ਕਿ ਅਨਪੁਰਖ ਬਾਰੇ ਗੱਲ ਕਰ ਰਹੇ ਆ, ਵਾਹਿਗੁਰੂ ਅਨਪੁਰਖ, ਉਹ ਹੈ ਹਰ ਜਗ੍ਹਾ, ਪਰ ਉਹ ਗੱਲ ਦੇ ਵਿੱਚ ਨਹੀਂ ਆ। ਗੱਲ ਗੁਰੂ ਸਾਹਿਬ ਇੱਕ ਗੁਰਸਿੱਖ ਨਾਲ ਭਾਈ ਕਹਿ ਕੇ ਕਰ ਰਹੇ। ਭਾਈ ਆਪਾਂ ਆਪਣੇ ਮਨ ਨੂੰ ਕਹਿ ਸਕਦੇ ਹਾਂ, ਆਪਾਂ ਪਰਸਨਲੀ ਵਿਚਾਰ ਕਰਦੇ ਹਾਂ ਤਾਂ, ਜਾਂ ਆਪਾਂ ਗੁਰੂ ਸਾਹਿਬ ਦੇ ਅੱਗੇ ਮੂਹਰੇ ਬੈਠ ਕੇ ਆਪਾਂ ਸਮਝ ਸਕਦੇ ਹਾਂ ਭਾਈ ਬਣ ਕੇ ਕਿ ਭਾਈ ਵਾਹਿਗੁਰੂ ਆਪ ਹੀ ਜੋਗੀ ਆ। ਜੁਗਤ ਜੁਗਾਹ, ਜੁਗਾਹਾਂ ਤੋਂ ਭਾਵ ਕਿ ਸਾਰੇ ਯੁੱਗਾਂ ਤੋਂ ਉਹ ਆਪ ਹੀ, ਜੋਗ ਦੀ ਜੁਗਤ ਵੀ ਆਪ ਹੀ ਆ। ਜੋਗ ਹੁੰਦਾ ਆ ਇੱਕ ਤੇ ਜੋਗੀ ਜਿਹੜਾ ਆ, ਆਪਾਂ ਬਾਹਰ ਦੇਖਦੇ ਹਾਂ ਕਿ ਕੰਨਾਂ 'ਚ ਮੁੰਦਰਾਂ ਪਾਈਆਂ, ਭਗਵੇਂ ਕੱਪੜੇ ਪਾਏ ਆ, ਤੇ ਇੱਕ ਡੰਡਾ ਜਿਹਾ ਹੁੰਦਾ ਦੋਵੇਂ ਬੰਨੀ, ਉਹਨੇ ਕੁਛ ਟੰਗਿਆ ਹੁੰਦਾ ਆ, ਉਹਦੇ 'ਚ ਕੁਝ ਮੰਗਣ ਨੂੰ ਪਾਉਂਦਾ ਆ। ਉਹ ਕਈ ਸਪੇਰੇ ਵੀ ਹੁੰਦੇ ਆ ਨਾ, ਉਹ ਵੀ ਜੋਗੀ ਬਣੇ ਹੁੰਦੇ ਆ, ਉਹਨੂੰ ਵੀ ਆਪਾਂ ਜੋਗੀ ਕਹਿ ਦਿੰਦੇ। ਗੁਰੂ ਸਾਹਿਬ ਇੱਥੇ ਜੋਗ ਦੀ ਗੱਲ ਕਰਦੇ ਆ। ਜੋਗ ਹੁੰਦਾ ਹੈ ਮਿਲਾਪ ਤੋਂ, ਮਿਲਾਪ ਦੇ ਰਾਹ 'ਤੇ ਤੁਰਿਆ ਹੋਇਆ ਉਹਨੂੰ ਕਹਿੰਦੇ ਆ ਜੋਗੀ, ਭਾਵ ਕਿ ਗੁਰਸਿੱਖ। ਤੋ ਜੋਗੀ ਵੀ ਵਾਹਿਗੁਰੂ ਆਪ ਹੀ ਆ, ਜੋਗੀ ਦੇ ਵਿੱਚ ਵੀ ਆਪ ਹੀ ਆ। ਤੋ ਜੋਗ ਤੱਕ ਪਹੁੰਚਣ ਦੀ ਜਿਹੜੀ ਜੁਗਤ ਆ ਉਹ ਵੀ ਵਾਹਿਗੁਰੂ ਆਪ ਹੀ ਆ। ਜੁਗਤ ਕੀ ਆ? ਮਿਲਾਪ ਤੱਕ ਪਹੁੰਚਣ ਦੀ ਕੀ ਜੁਗਤ ਆ? ਉਹ ਜੁਗਤ ਹੈਗੀ ਆ ਕਿ ਕੁਰੈਤਾਂ ਨੂੰ ਤਿਆਗ ਕੇ, ਛੱਡ ਕੇ, ਪੂਰੇ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਮਰਪਣ ਹੋ ਕੇ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਜੁਗਤ ਆ ਸੰਜੋਗ ਨੂੰ ਪ੍ਰਾਪਤ ਕਰਨ ਦੀ। ਵਾਹਿਗੁਰੂ ਆਪ ਹੀ ਆ। ਇਹ ਜੁਗਤ ਵੀ ਵਾਹਿਗੁਰੂ ਆਪ ਹੀ ਆ, ਜੁਗਤ ਨੂੰ ਵਰਤਾਉਂਦਾ ਵੀ ਵਾਹਿਗੁਰੂ ਆਪ ਹੀ ਆ। ਪਹਿਲਾਂ ਆਪਾਂ ਇਹ ਸਮਝੀਏ, ਧਿਆਨ ਵਿੱਚ ਲਿਆਈਏ ਕਿ ਵਾਹਿਗੁਰੂ ਕੀ ਆ। ਵਾਹਿਗੁਰੂ ਪ੍ਰਕਾਸ਼ ਆ, ਇੱਕ ਓਂਕਾਰ। ਉਹ ਆਪ ਹੀ ਪੈਦਾ ਕਰਨ ਵਾਲਾ ਆ, ਆਪ ਹੀ ਪਾਲਣਾ ਕਰਨ ਵਾਲਾ ਆ, ਆਪ ਹੀ ਮਾਰਨ ਵਾਲਾ ਆ। ਉਹ ਇੱਕੋ ਹੀ ਆ, ਉਹ ਇੱਕ ਹੀ ਆ। ਓਕਾਰ ਸਰਬ ਵਿਆਪਕ, ਇੱਕ ਰਸ, ਹਰ ਇੱਕ ਜਗ੍ਹਾ, ਹਰ ਇੱਕ ਸਮੇਂ ਵਿਆਪਕ ਆ, ਸਰਬ ਵਿਆਪਕ ਆ। ਉਹ ਪ੍ਰਕਾਸ਼ ਆ, ਉਹ ਨੂਰ ਆ। ਉਹ ਹਰ ਇੱਕ ਜਗ੍ਹਾ, ਸਾਰਿਆਂ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਆ। ਕਰਨ ਵਾਲਾ ਵੀ ਆ, ਤੇ ਕਾਰਨ, ਉਸ ਕੰਮ ਨੂੰ ਕਰਨ ਦਾ ਕਾਰਨ ਜਿਹੜਾ ਬਣਾਉਣ ਵਾਲਾ ਉਹ ਵੀ ਆਪ ਹੀ ਆ। ਸਮਰੱਥ ਆ, ਉਹਦੇ ਜਿੰਨੀ ਪਾਵਰ ਕਿਸੇ ਕੋਲ ਨਹੀਂ ਹੈ ਹੀ ਨਹੀਂ ਆ। ਕੋਈ ਉਹਦਾ ਸ਼ਰੀਕ ਹੈ ਹੀ ਨਹੀਂ। ਸ਼ਰੀਕ ਤਾਂ ਹੁੰਦਾ ਕਿ ਜਿਵੇਂ ਇੱਕੋ ਜਿਹੇ ਹੁੰਦੇ ਆ, ਤੇ ਉਹ ਸ਼ਰੀਕ ਕੌਣ ਬਣੂਗਾ? ਕੋਈ ਉਹਦੇ ਵਰਗਾ ਹੈ ਨਹੀਂ। ਭਾਵੇਂ ਬਾਬੇ ਜਿਹੜੇ ਆ ਆਪਣੇ ਆਪ ਨੂੰ ਸਤਿਗੁਰੂ ਕਹਾਉਂਦੇ ਆ, ਤੇ ਗੁਰੂ ਸਾਹਿਬ ਦੇ ਸ਼ਰੀਕ ਬਣੇ ਬੈਠੇ ਆ, ਪਰ ਉਹ ਆਪ ਭਰਮ ਦੇ ਵਿੱਚ ਭਟਕੇ ਪਏ ਆ। ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ।
ਪਰ ਗੁਰੂ ਸਾਹਿਬ ਵਾਹਿਗੁਰੂ ਸਮਰੱਥ ਆ, ਆਲਮਾਈਟੀ ਪਾਵਰ, ਤੇ ਉਹ ਆਪ ਜੋਗੀ ਆ ਤੇ ਆਪ ਹੀ ਜੁਗਤ ਆ। ਆਪੇ ਨਿਰਭਉ ਤਾੜੀ ਲਾਹਾ, ਤੇ ਵਾਹਿਗੁਰੂ ਆਪ ਹੀ ਨਿਰਭਉ ਆ। ਨਿਰਭਉ ਭਉ ਤੋਂ ਰਹਿਤ। ਇੱਥੇ ਭਉ ਤੋਂ ਰਹਿਤ ਹੋ ਕੇ ਕਿਰਿਆ ਵਿਸ਼ੇਸ਼ਣ ਆਪਾਂ ਲਵਾਂਗੇ ਕਿ ਭਉ ਤੋਂ ਰਹਿਤ ਹੋ ਕੇ ਆਪ ਹੀ, ਤਾੜੀ ਤੋਂ ਭਾਵ ਹੁੰਦਾ ਸਮਾਧੀ, ਸਮਾਧੀ ਲਾਉਂਦਾ ਆ, ਭਾਵ ਕੇ ਧਿਆਨ ਲਾਉਂਦਾ ਹੈ। ਉਹ ਆਪ ਹੀ ਨਿਰਭਉ ਹੋ ਕੇ ਸਮਾਧੀ ਲਾਉਂਦਾ ਹੈ। ਦੇਖੋ, ਜਿਹੜਾ ਗੁਰਸਿੱਖ ਜੋਗੀ ਦੀ ਆਪਾਂ ਗੱਲ ਕੀਤੀ, ਉਹਨੂੰ ਜੁਗਤ ਚਾਹੀਦੀ ਆ, ਜੁਗਤ ਗੁਰੂ ਸਾਹਿਬ ਕੋਲ ਮਿਲੀ, ਭਾਵ ਕਿ ਕੁਰੈਤਾਂ ਤੋਂ ਗੁਰੂ ਸਾਹਿਬ ਨੇ ਵਰਜ ਕੇ ਅੰਮ੍ਰਿਤ ਦੀ ਦਾਤ ਦੇ ਦਿੱਤੀ। ਉਹ ਕਿਹਾ ਕਿ ਇੱਕ ਨਾਮ ਵਿੱਚ ਸੁਰਤ ਲਾਉਣੀ ਆ, ਧਿਆਨ ਟਿਕਾਉਣਾ ਆ, ਸੁਰਤੀ ਲਾਉਣੀ ਆ। ਤੇ ਉਹ ਸੁਰਤੀ ਲਾਉਣ ਵਿੱਚ ਵੀ ਵਾਹਿਗੁਰੂ ਆਪ ਹੀ ਆ, ਉੱਥੇ ਵੀ ਵਾਹਿਗੁਰੂ ਆਪ ਆ। ਦੇਖੋ, ਆਪਾਂ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਕਿ ਹਰ ਇੱਕ ਗੁਰਸਿੱਖ ਨੇ ਸਵੇਰੇ ਉੱਠ ਕੇ ਧਿਆਨ ਲਾਉਣਾ ਆ, ਧਿਆਨ ਲਾਉਣਾ ਆ, ਧਿਆਨ ਟਿਕਾਉਣਾ ਆ, ਸੁਰਤੀ ਲਾਉਣੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਧਿਆਵੈ, ਇੱਥੇ ਇੱਕ ਗੱਲ ਹੋਰ ਬਰੀਕੀ ਦੀ ਆ। ਗੁਰੂ ਸਾਹਿਬ ਨੇ ਜਪਣਾ ਨਹੀਂ ਕਿਹਾ, ਇੱਥੇ ਕਿਹਾ ਹੈ ਧਿਆਵੈ, ਧਿਆਉਂਦਾ ਆ, ਆਪਣੇ ਧਿਆਨ ਵਿੱਚ ਟਿਕਾਉਂਦਾ ਹੈ, ਆਪਣੇ ਧਿਆਨ ਨੂੰ ਟਿਕਾਉਂਦਾ ਹੈ, ਸੁਰਤੀ ਲਾਉਂਦਾ ਹੈ। ਤੂੰ ਸੁਰਤੀ ਲੱਗਣੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੀ ਆ, ਪਰ ਬਹਿੰਦਾ ਆ ਤੇ ਉਸ ਸੁਰਤੀ ਦੇ ਵਿੱਚ ਵਾਹਿਗੁਰੂ ਆਪ ਆ। ਉਹ ਆਪ ਵਾਹਿਗੁਰੂ ਆਪ ਹੀ ਲਾ ਰਿਹਾ ਹੈ ਸੁਰਤੀ। ਦੇਖੋ, ਸਮਾਧੀ ਤਾੜੀ ਲਾ, ਹਨਾ, ਆਪੇ ਨਿਰਭਉ ਤਾੜੀ ਲਾ, ਨਿਰਭਉ ਹੋ ਕੇ। ਵਾਹਿਗੁਰੂ ਵਰਗਾ ਕੋਈ ਨਹੀਂ, ਜਿੱਥੇ ਵਾਹਿਗੁਰੂ ਆ ਗਿਆ ਉੱਥੇ ਕੋਈ ਮਾਇਆ ਨਹੀਂ, ਕੋਈ ਕੁਝ ਨਹੀਂ, ਕੁਝ ਵੀ ਨਹੀਂ ਹੋ ਸਕਦਾ। ਆਪਾਂ ਕਹਿੰਦੇ ਹਾਂ ਕਿ ਸਿਮਰਨ ਕਰਦੇ ਹਾਂ, ਸਿਮਰਨ ਹੀ ਕਰ ਹੁੰਦਾ, ਮਾਇਆ ਬੜੀ ਤੰਗ ਕਰਦੀ। ਮਾਇਆ ਤਾਂ ਆਪਾਂ ਨੂੰ ਮਾਇਆ ਦਾ ਤਾਂ ਚੇਤਾ ਆ ਕਿ ਮਾਇਆ, ਦੇਖੋ, ਟਿਕਣ ਨਹੀਂ ਦਿੰਦੀ ਨਾ। ਮਾਇਆ ਨੂੰ ਤਾਂ ਆਪਾਂ ਬੜਾ ਯਾਦ ਕਰਦੇ ਹਾਂ, ਬੜਾ ਨੇੜੇ ਹੋ ਕੇ ਮਹਿਸੂਸ ਕਰਦੇ ਹਾਂ। ਤੇ ਜਿਹੜਾ ਹਰ ਸਮੇਂ ਨਾਲ ਰਹਿੰਦਾ ਆ, ਹਾਸੇ ਵਾਲੀ ਗੱਲ ਆ ਕਿ ਜਿਹੜਾ ਹਰ ਸਮੇਂ ਨਾਲ ਰਹਿੰਦਾ ਆ, ਤੋ ਅੰਦਰ ਬਾਹਰ ਹਰ ਇੱਕ ਜਗ੍ਹਾ ਸਮਾਇਆ ਹੋਇਆ ਵਾਹਿਗੁਰੂ ਸਮਰੱਥ ਆ। ਮਾਇਆ ਉਹਦੀ ਦਾਸੀ ਆ, ਕਈ ਮਾਇਆ ਵਰਗੀਆਂ ਕਈ ਆ ਉਹਦੇ ਕੋਲ, ਉਹਦੇ ਦਰ ਤੇ ਦਾਸੀਆਂ। ਤੋ ਉਹ ਐਡਾ ਸਮਰੱਥ ਬਾਪੂ, ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ, ਜਿਸ ਸਿਮਰਤ ਦੁੱਖ ਕੋਈ ਨਾ ਲਾਗੈ, ਭਵ ਜਲ ਪਾਰ ਉਤਾਰਾ। ਇਹ ਦ੍ਰਿੜਤਾ, ਇਹ ਬਖਸ਼ਿਸ਼ ਕਿੱਦਾਂ ਆਉਣੀ? ਬਾਣੀ ਵਿਚਾਰ ਨਾਲ ਹੀ ਆਉਣੀ। ਜੋ ਗੁਰੂ ਸਾਹਿਬ ਤੋਂ ਆਪਾਂ ਸਿੱਖੀਏ, ਵਾਹਿਗੁਰੂ ਬੜਾ, ਮਾਇਆ ਨੂੰ ਆਪਾਂ ਨੇੜਿਓਂ, ਬਹੁਤ ਨੇੜੇ ਮਹਿਸੂਸ ਕਰਦੇ ਹਾਂ, ਤਾਂ ਵਾਹਿਗੁਰੂ ਨੂੰ ਦੂਰ, ਬੜਾ ਦੂਰ। ਕਿਤੇ ਵਾਹਿਗੁਰੂ ਆਊਗਾ, ਕਿਤੇ ਬਖਸ਼ਿਸ਼ ਕਰ ਦਵੇ, ਹਨਾ, ਇੱਦਾਂ ਆਪਾਂ ਤਰਲੇ ਕਰਦੇ ਹਾਂ। ਪਰ ਇਹ ਆਪਾਂ ਭੁੱਲੇ ਹੁੰਦੇ ਆ, ਆਪਣੀ ਅਗਿਆਨਤਾ ਆ ਕਿ ਵਾਹਿਗੁਰੂ ਹਮੇਸ਼ਾ ਹਾਜ਼ਰ ਆ। ਉਹ ਹਾਜ਼ਰ, ਸਦ ਸੁਣਦਾ, ਸਦ ਵੇਖਦਾ, ਹਮੇਸ਼ਾ ਵੇਖਦਾ ਆ। ਹੁਣ ਵੀ ਵੇਖ ਰਿਹਾ, ਮੇਰੇ ਤੋਂ ਕੌਣ ਬੁਲਾ ਰਿਹਾ, ਆਵਾਜ਼ ਕਿੱਦਾਂ ਆ ਰਹੀ ਹੈ ਮੇਰੇ ਬਾਹਰ ਅੰਦਰੋਂ। ਉਹ ਵਾਹਿਗੁਰੂ ਸਾਹ ਦੇ ਰਿਹਾ ਤਾਂ ਆਵਾਜ਼ ਨਿਕਲ ਰਹੀ ਹੈ। ਤੋ ਆਪਾਂ ਸਾਰੇ ਸੁਣ ਰਹੇ ਹਾਂ। ਕੌਣ ਸੁਣਾ ਰਿਹਾ ਆ? ਉਹ ਆਪ ਹੀ ਸੁਣਾ ਰਿਹਾ ਹੈ। ਮਾਇਆ ਦੀ ਕੋਈ ਹੈਸੀਅਤ ਹੈ ਹੀ ਨਹੀਂ ਆ, ਵਾਹਿਗੁਰੂ ਹੈ ਹੀ ਵਾਹਿਗੁਰੂ ਆ, ਉਹ ਆਪ ਹੀ ਆ। ਬਸ ਇਹ ਗੱਲ ਪਤਾ ਲੱਗ ਜਾਏ, ਬਸ ਥੋੜ੍ਹੀ ਦ੍ਰਿੜਤਾ ਹੋ ਜਾਏ, ਬਸ ਕੰਮ ਤੇ ਹੀ ਕਰਨਾ ਆ, ਕਰਨਾ ਤੇ ਇਹੀ ਆ। ਗੁਰੂ ਸਾਹਿਬ ਦਾ ਵੀ ਇਸੇ ਚੀਜ਼ 'ਤੇ, ਇਸੇ ਗੱਲ 'ਤੇ ਹੀ ਇੱਦਾਂ ਕਹਿ ਲਓ ਕਿ ਜ਼ੋਰ ਲੱਗਾ ਕਿ ਵਾਹਿਗੁਰੂ ਕਿਸੇ ਨਾ ਕਿਸੇ ਤਰੀਕੇ ਗੁਰਸਿੱਖ ਮੇਰਾ ਪੁੱਤਰ ਸਮਝ ਜਾਏ, ਜਿਹੜੀ ਸਭ ਤੋਂ ਵੱਡੀ ਬਖਸ਼ਿਸ਼ ਨੂੰ ਸਮਝ ਜਾਏ।
ਆਪੇ ਹੀ ਨਿਰਭਉ ਤਾੜੀ ਲਾਹਾ। ਆਪੇ ਹੀ ਆਪ ਆਪ ਵਰਤੈ, ਆਪੇ ਨਾਮ ਵਾਹ ਰਾਮ। ਵਾਹਿਗੁਰੂ ਆਪ ਹੀ ਆਪ ਆਪ ਵਰਤਦਾ ਆ। ਆਪ ਹੀ ਵਰਤਦਾ ਆ ਸਾਰੇ ਪਾਸੇ। ਜਿੱਥੇ ਵੀ ਆਪਾਂ ਜਾਂਦੇ ਹਾਂ, ਹਰ ਇੱਕ ਜਗ੍ਹਾ ਵਾਹਿਗੁਰੂ ਆਪ ਹੀ ਆ। ਹੁਣ ਕੀ ਬਿਆਨ ਕਰੀਏ, ਇਸ ਨੂੰ ਕੀ ਬਿਆਨ ਕਰੀਏ। ਜਿੱਥੇ ਜਾਂਦੇ ਹਾਂ, ਮੈਨੂੰ ਹੁਣ ਬਿਠਾਇਆ ਗੁਰੂ ਸਾਹਿਬ ਨੇ, ਸੇਵਾ 'ਚ ਬਿਠਾਇਆ, ਉਹ ਆਪ ਹੀ ਤੇ ਵਰਤ ਰਿਹਾ ਆ। ਜਿੰਨੇ ਜਣੇ ਜੋ ਆਏ ਨਾ, ਉਹ ਸੁਣ ਰਹੇ ਆ, ਤੇ ਵਾਹਿਗੁਰੂ ਨੇ ਆਪ ਹੀ ਤੇ ਬਿਠਾਇਆ ਤੇ ਸੁਣਨ ਵਾਸਤੇ ਲਾਇਆ। ਵਰਤ ਰਿਹਾ ਵਾਹਿਗੁਰੂ ਆਪ। ਇਹ ਸਾਰੀਆਂ ਆਪਣੇ ਜਿੰਨੀ ਵੀ ਆਪਾਂ ਹਰਕਤ ਕਰਦੇ ਹਾਂ, ਸਾਰਿਆਂ ਵਿੱਚ ਵਾਹਿਗੁਰੂ ਆਪ ਹੀ ਵਰਤਦਾ ਆ। ਹਰ ਇੱਕ ਕੰਮ ਵਿੱਚ ਵਾਹਿਗੁਰੂ ਆਪ ਵਰਤਦਾ। ਆਪੇ ਨਾਮ ਉਮਾਹਾ ਰਾਮ। ਆਪੇ ਹੀ ਨਾਮ ਵਿੱਚ ਜੋੜ ਕੇ ਨਾਮ ਜਪਣ ਦਾ ਉਮਾਹ ਪੈਦਾ ਕਰਦਾ ਵਾਹਿਗੁਰੂ ਆਪ। ਉਤਸ਼ਾਹ ਨਾਮ ਵਿੱਚ ਜੋੜ ਦਿੰਦਾ ਹੈ ਕਿ ਮੇਰਾ ਪੁੱਤਰ ਨਾਮ ਜਪ, ਤੇ ਹੋਰ ਉਤਸ਼ਾਹ ਪੈਦਾ ਕਰ ਦਿੰਦਾ ਹੈ ਬਖਸ਼ਿਸ਼ ਦੇ ਕੇ, ਕਿ ਦੇਖ ਨਾਮ ਬੜਾ ਮਿੱਠਾ ਆ। ਵਾਹਿਗੁਰੂ ਵਾਹਿਗੁਰੂ ਜਪੀ ਚੱਲ, ਸੰਗਤ ਕਰ, ਸੰਗਤ ਦੀ ਸੇਵਾ ਕਰ, ਗੁਰਬਾਣੀ ਦੀ ਵਿਚਾਰ ਕਰ, ਹੋਰ ਅੱਗੇ ਵੀ ਪ੍ਰਚਾਰ ਕਰ। ਇਹ ਉਮਾਹ, ਇਹ ਉਤਸ਼ਾਹ ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ। ਅੱਗੇ ਦੂਸਰੇ ਪਦੇ 'ਚ ਆਪੇ ਦੀਪ ਲੋ ਦੀਪਾਹਾ। ਆਪੇ ਸਤਿਗੁਰ ਸਮੁੰਦ ਮਥਾਹਾ। ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਓ ਮਾਹਾ ਰਾਮ। ਆਪੇ ਦੀਪ ਹੁੰਦਾ ਆ ਕਿ ਜਿਵੇਂ ਸ਼੍ਰੀਲੰਕਾ ਇੱਕ ਦੀਪ ਆ। ਉਹ ਜਿਹੜੇ ਸਮੁੰਦਰ ਦੇ ਵਿਚਾਲੇ ਬਣਿਆ ਹੁੰਦਾ ਹੈ, ਉਹ ਦੀਪ। ਲੋ ਜਿੰਨੇ ਵੀ ਲੋਕ ਭਵਨ ਆ, ਤੋ ਉਹਨਾਂ ਵਿੱਚ ਚਾਨਣ ਵੀ ਵਾਹਿਗੁਰੂ ਆਪ ਹੀ ਆ। ਦੀਪਾਹਾ, ਦੀਪ ਹੁੰਦਾ ਨਾ, ਦੀਵਾ ਚਾਨਣ ਕਰਨ ਵਾਲਾ। ਜਿੱਥੇ ਲੋਕਾਂ ਦੀਪਾਂ ਦੇ ਵਿੱਚ ਜਿੱਥੇ ਵੀ ਵਸੋਂ ਹੈਗੀ ਆ, ਜਿੰਨੇ ਵੀ ਜੀਵ, ਉਹ ਵਾਹਿਗੁਰੂ ਆਪ ਆ, ਤੇ ਚਾਨਣ ਵੀ ਵਾਹਿਗੁਰੂ ਆਪ ਹੀ ਆ। ਚਾਨਣ ਕਰਨ ਵਾਲਾ ਵੀ, ਉਹ ਚਾਨਣ ਵੀ ਵਾਹਿਗੁਰੂ ਆਪ ਆ। ਆਪੇ ਸਤਿਗੁਰ ਸਮੁੰਦ ਮਥਾਹਾ। ਉਹ ਆਪ ਹੀ ਪ੍ਰਕਾਸ਼, ਵਾਹਿਗੁਰੂ ਆਪ ਹੀ ਸਦੀਵੀ ਹੋਂਦ ਵਾਲਾ ਗੁਰੂ ਆ। ਸਦੀਵੀ ਹੋਂਦ ਵਾਲੇ ਗੁਰੂ ਨਾਨਕ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਆ ਵਾਹਿਗੁਰੂ। ਤੇ ਆਪ ਹੀ ਸਮੁੰਦ ਆ, ਬਾਣੀ ਦਾ ਅਥਾਹ ਸਮੁੰਦਰ ਵਾਹਿਗੁਰੂ ਆਪ ਹੀ ਆ। ਤੇ ਮਥਾਹਾ, ਮਥਨ ਵਾਲਾ, ਰੜਕਣ ਵਾਲਾ। ਮਥਾਹਾ ਵਾਹਿਗੁਰੂ ਆਪ ਹੀ ਰੜਕਣ ਵਾਲਾ ਆ, ਭਾਵ ਕੇ ਵਿਚਾਰਨ ਵਾਲਾ ਆ, ਬਾਣੀ ਨੂੰ ਵਿਚਾਰਨ ਵਾਲਾ। ਇਹ ਬਾਣੀ ਵੀ ਆਪ ਹੀ ਆ, ਸਮੁੰਦਰ ਪੂਰਾ ਗੁਰੂ ਵੀ ਆਪ ਹੀ ਆ, ਤੇ ਵਿਚਾਰਨ ਵਾਲਾ ਵੀ ਆਪ ਹੀ ਆ। ਵਿਚਾਰਨ ਵਾਲੇ ਦੇ ਵਿੱਚ ਵੀ ਆਪ ਹੀ ਆ। ਦੇਖੋ ਆਪਣੀ ਹੋਂਦ ਕਿੱਥੇ ਆ। ਆਪਣੀ ਹੋਂਦ ਉਦੋਂ ਤੱਕ ਆ ਜਦੋਂ ਤੱਕ ਆਪਾਂ ਮੈਂ ਕਰਦੇ ਹਾਂ। ਪਰ ਇੱਕ ਮੈਂ ਭੁਲੇਖਾ ਆ ਕਿ ਮੈਂ ਕੁਝ ਹਾਂ, ਮੈਂ ਕੁਝ ਨਹੀਂ ਹਾਂ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਗੱਲ ਕਹਿਣੀ ਤਾਂ ਸੌਖੀ ਆ, ਆਖਣੀ ਸੌਖੀ ਆ। ਇਹ ਆਖ ਦੇਣਾ ਸੌਖਾ ਹੈ ਕਿ ਭਗਤ ਕਬੀਰ ਜੀ ਨੇ ਇੱਦਾਂ ਕਿਹਾ। ਉਹ ਭਗਤਾਂ ਨੇ ਤਾਂ ਹੰਢਾ ਕੇ ਕਿਹਾ। ਉਹਨਾਂ ਨੇ ਹੰਢਾਇਆ, ਆਪਣੇ ਉੱਪਰ ਹੰਢਾਇਆ ਕਿ ਉਹਨਾਂ ਨੂੰ ਸਮਝ ਆ ਗਈ, ਪ੍ਰਕਾਸ਼ ਹੋ ਗਿਆ, ਵਾਹਿਗੁਰੂ ਵਿੱਚ ਪੂਰੇ ਮਿਲ ਗਏ। ਤੇ
ਉੱਥੇ ਉਹਨਾਂ ਨੇ ਇਹ ਗੱਲ ਆਖੀ ਕਿ ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੇਰੇ ਵਿੱਚ ਕੁਝ ਨਹੀਂ ਆ, ਮੇਰਾ ਹੈ ਹੀ ਨਹੀਂ। ਜੋ ਕਿਛ ਹੈ, ਜੋ ਕੁਝ ਵੀ ਹੈ, ਉਹ ਤੇਰਾ ਆ। ਆਪਣੇ ਕੋਲ ਕੀ ਆ? ਇੱਕ ਸਰੀਰ ਆ ਜਿਹਨੂੰ ਆਪਾਂ ਆਪਣੀ ਹਸਤੀ ਸਮਝਦੇ ਹਾਂ ਵੀ ਮੈਂ ਹਾਂ ਕੁਝ। ਇਹਦੇ ਵਿੱਚ ਆਪਾਂ ਦੇਖ ਲਈਏ ਕਿ ਹੈ ਕੀ ਆ, ਇੱਕ ਬਾਹਰਲਾ ਸਰੀਰ ਆ, ਸਰੀਰ ਦੇ ਵਿੱਚ ਪਾਰਟ ਆ, ਬੜੇ ਬਹੁਤ ਪਾਰਟ ਆ ਜਿੱਥੇ ਕੋਈ ਸਾਇੰਸ ਵੀ ਨਹੀਂ ਪਹੁੰਚ ਸਕੀ। ਤੇ ਦੂਜੀ ਗੱਲ, ਅੰਦਰ ਜੀਵ ਆ, ਜੀਵ ਵੀ ਵਾਹਿਗੁਰੂ ਆ, ਸਰੀਰ ਵੀ ਵਾਹਿਗੁਰੂ ਦਾ ਦਿੱਤਾ ਆ, ਵਾਹਿਗੁਰੂ ਆਪ ਹੀ ਆ। ਸੋ ਦੇਖੋ ਆਪਾਂ ਕਿੱਥੇ ਐਗਜ਼ਿਸਟ ਕਰਦੇ ਹਾਂ, ਆਪਣੀ ਹੋਂਦ ਕਿੱਥੇ ਆ, ਹੈ ਹੀ ਨਹੀਂ। ਇਹੀ ਗੱਲ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਸਮਝਾਉਣਾ ਚਾਹੁੰਦੇ ਆ ਕਿ ਜੀਵ ਨੂੰ ਸਮਝ ਆ ਜਾਏ, ਆਪ ਹੀ ਗੁਰੂ ਆ, ਸਦੀਵੀ ਹੋਂਦ ਵਾਲਾ ਗੁਰੂ, ਆਪ ਹੀ ਸਮੁੰਦਰ ਆ, ਬਾਣੀ ਦਾ ਅਥਾਹ ਸਮੁੰਦਰ ਆ, ਤੇ ਆਪ ਹੀ ਮੱਥਾ ਵਿਚਾਰਨ ਵਾਲਾ ਵਾਹਿਗੁਰੂ ਆਪ ਆ। ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਵਾਹ ਰਾਮ। ਵਾਹਿਗੁਰੂ ਆਪ ਹੀ ਮਥ ਮਥ ਕੇ ਭਾਵ ਕੇ ਰਿੜਕ ਰਿੜਕ ਕੇ, ਭਾਵ ਕੇ ਵਿਚਾਰ ਕੇ, ਹੁਣ ਸਮੁੰਦਰ ਬਾਣੀ ਆ, ਬਾਣੀ ਨੂੰ ਵਿਚਾਰ ਵਿਚਾਰ ਕੇ ਆਪ ਹੀ ਤੱਤ ਕਢਾਏ। ਤੋਂ ਵਿੱਚੋਂ ਆਪਾਂ ਦੁੱਧ ਦਹੀਂ ਨੂੰ ਰਿੜਕਦੇ ਹਾਂ ਤੇ ਵਿੱਚੋਂ ਮੱਖਣ ਨਿਕਲਦਾ ਹੈ, ਤੱਤ ਆ। ਹੁਣ ਬਾਣੀ ਨੂੰ ਵਿਚਾਰਦੇ ਹਾਂ ਤੇ ਵਿੱਚੋਂ ਤੱਤ ਨਿਕਲਣਾ ਆ, ਜਿਹੜੀ ਪੂਰੀ ਸਮਝ ਤੱਤ ਦੀ, ਵਾਹਿਗੁਰੂ ਦੀ ਪਛਾਣ, ਅੰਦਰੋਂ ਸਮਝ ਜਿਹੜੀ ਵਾਹਿਗੁਰੂ ਨੇ ਦੇਣੀ ਆ ਬਾਣੀ ਦੇ ਰਾਹੀਂ, ਦ੍ਰਿੜਤਾ, ਉਹ ਪੂਰਨ ਭਰੋਸਾ ਵਿਸ਼ਵਾਸ, ਉਹ ਆਪ ਹੀ ਵਾਹਿਗੁਰੂ ਕਢਾਉਂਦਾ ਆ, ਆਪ ਹੀ ਦਿੰਦਾ ਆ। ਫਿਰ ਜਪ ਨਾਮ ਰਤਨ, ਨਾਮ ਰਤਨ ਜਪ ਕੇ, ਆਪ ਹੀ ਜਪ ਕੇ ਤੇ ਨਾਮ ਜਪਣ ਦਾ ਅੱਗੇ ਉਤਸ਼ਾਹ ਫਿਰ ਦਿੰਦਾ ਹੈ। ਦੇਖੋ ਉਹ ਮਾਹਾ ਸ਼ਬਦ ਚਾਰੇ ਪਦਾਂ ਦੇ ਵਿੱਚ ਆਇਆ ਹੈ। ਤੋ ਵਾਹਿਗੁਰੂ ਆਪ ਹੀ ਰਤਨ ਵਰਗਾ ਕੀਮਤੀ ਨਾਮ ਜਪ ਕੇ ਜੀਵਾਂ ਦੇ ਅੰਦਰ ਵਾਹਿਗੁਰੂ ਨਾਮ ਜਪਣ ਦਾ ਵਾਹ ਉਤਸ਼ਾਹ ਪੈਦਾ ਕਰਦਾ ਆ। ਦੇਖੋ ਇਸ ਪਦੇ ਵਿੱਚ ਸਾਰੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਕਿ ਵਾਹਿਗੁਰੂ ਆਪ ਹੀ ਡੀਪ ਆ, ਲੋ ਆ, ਤੇ ਉਹਨਾਂ ਵਿੱਚ ਚਾਨਣ ਵੀ ਆਪ ਹੀ ਆ, ਆਪ ਹੀ ਪੂਰਾ ਗੁਰੂ ਆ, ਸਦੀਵੀ ਹੋਂਦ ਵਾਲਾ ਗੁਰੂ, ਆਪ ਹੀ ਸਮੁੰਦਰ ਆ, ਬਾਣੀ ਗੁਰਬਾਣੀ ਕਹਿ ਲਓ ਸਮੁੰਦਰ ਆ, ਬਾਣੀ ਦਾ ਸਮੁੰਦਰ ਆ, ਆਪ ਹੀ ਮਥਨ ਵਾਲਾ ਆ, ਭਾਵ ਕਿ ਆਪ ਵਿਚਾਰਨ ਵਾਲਾ ਆ, ਆਪ ਹੀ ਵਿਚਾਰ ਵਿਚਾਰ ਕੇ ਇਸ ਵਿੱਚੋਂ ਜੋ ਅਸਲੀਅਤ ਆ, ਤੱਤ ਆ, ਉਹ ਲਭਾਉਂਦਾ ਆ ਕਿ ਭਾਈ ਇੱਕ ਦੇ ਨਾਲ ਜੁੜਨਾ ਆ, ਹੋਰ ਕਿਸੇ ਅੱਗੇ ਨਹੀਂ ਝੁਕਣਾ, ਇੱਕ ਦੀ ਪਛਾਣ ਕਰਨੀ ਆ, ਸੰਗਤ ਕਰਨੀ ਆ, ਚਰਨ ਧੂੜ ਲੈਣੀ ਆ, ਇਹ ਸਾਰਾ ਤੱਤ ਇਹ ਵਾਹਿਗੁਰੂ ਆਪ ਹੀ ਲਭਾਉਂਦਾ ਆ। ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਉਹਨੂੰ ਦੇ ਦਿੰਦਾ ਹੈ ਦਾਤ। ਤੋ ਆਪ ਨਾਮ ਜਪ ਕੇ, ਤੋ ਨਾਮ ਜਪਣ ਵਾਲੇ ਦੇ ਅੰਦਰ ਚਾਅ ਪੈਦਾ ਕਰਦਾ ਵਾਹਿਗੁਰੂ ਆਪ ਹੀ। ਹੁਣ ਤੀਸਰਾ ਪਦ ਆਇਆ ਮੱਧਮ ਪੁਰਖ ਬਹੁਵਚਨ ਨੂੰ ਸੰਬੋਧਨ ਹੋ ਗਿਆ। ਸਖੀ ਮਿਲੋ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪੋ ਹਰ ਲਾਹਾ। ਸਖੀ ਮਿਲੋ, ਹੇ ਸਤ ਸੰਗੀਓ, ਸਹੇਲੀਓ, ਆਓ ਮਿਲੋ, ਇਕੱਠੇ ਹੋਵੋ ਤੇ ਆ ਕੇ ਕਰਨਾ, ਮਿਲ ਗੁਣ ਗਾਵਾਹਾ, ਤੋ ਇਕੱਠੇ ਹੋ ਕੇ ਮਿਲ ਕੇ ਵਾਹਿਗੁਰੂ ਦੇ ਗੁਣ ਗਾਈਏ, ਪ੍ਰਭੂ ਦੇ ਗੁਣ ਗਾਈਏ, ਵਾਹਿਗੁਰੂ ਵਾਹਿਗੁਰੂ ਨਾਮ ਜਪੀਏ।
ਗੁਰਮੁਖ ਨਾਮ ਜਪੋ ਹਰ ਲਾਹਾ। ਇਹ ਸਹੇਲੀਓ ਸਤ ਸੰਗੀਓ, ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਜਪੋ। ਵਾਹਿਗੁਰੂ 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 ਨਾਮ ਜਪੋ। ਗੁਰੂ ਦੀ ਸ਼ਰਨ ਪੈ ਕੇ ਕਿੱਦਾਂ? ਆਪਣੀ ਮਨ ਦੀ ਮੱਤ ਛੱਡਣੀ ਆ, ਕੁਰੈਤਾਂ ਛੱਡਣੀਆਂ ਆ, ਨਾਮ ਦੀ ਦਾਤ ਲੈ ਕੇ ਵਾਹਿਗੁਰੂ ਕਰਨਾ ਆ। ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਵਾਹਿਗੁਰੂ ਜਪੋ। ਇਹੀ ਲਾਹ ਆ ਜੀਵਨ ਦਾ, ਇਹੀ ਲਾਭ ਆ। ਹਰ ਹਰ ਭਗਤ ਦ੍ਰਿੜੀ ਮਨ ਭਾਈ, ਹਰ ਹਰ ਨਾਮ ਓ ਮਹਾਰਾਮ। ਜਿਸ ਮਨੁੱਖ ਦੇ ਅੰਦਰ, ਹੁਣ ਫਿਰ ਅਨਪੁਰਖ ਦੀ ਗੱਲ ਆ ਭਾਈ, ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਦੀ ਭਗਤੀ, ਜਿਸ ਵੀ ਮਨੁੱਖ ਨੇ ਵਾਹਿਗੁਰੂ ਦੀ ਭਗਤੀ ਦ੍ਰਿੜ ਕਰ ਲਈ, ਹਰ ਹਰ ਭਗਤ ਦ੍ਰਿੜੀ ਭਗਤੀ ਦ੍ਰਿੜ ਕੀਤੀ, ਮਨ ਭਾਈ, ਜਿਸ ਦੇ ਮਨ ਵਿੱਚ ਭਗਤੀ ਪਿਆਰੀ ਲੱਗੀ, ਭਾ ਗਈ, ਹਰ ਹਰ ਨਾਮ ਓ ਮਹਾਰਾਮ। ਵਾਹਿਗੁਰੂ ਦਾ ਨਾਮ ਉਹਦੇ ਅੰਦਰ ਹੋਰ ਉਤਸ਼ਾਹ ਪੈਦਾ ਕਰਦਾ ਆ। ਭਗਤੀ ਕਰਦਿਆਂ ਕਰਦਿਆਂ ਹੋਰ ਉਤਸ਼ਾਹ ਪੈਦਾ ਹੁੰਦਾ ਹੈ ਕਿ ਬਸ ਹੁਣ ਮਿਲਾਪ ਹੋਣਾ ਹੀ ਹੋਣਾ ਆ। ਇੰਨੀ ਦ੍ਰਿੜਤਾ, ਇੰਨਾ ਚਾਅ, ਇੰਨਾ ਉਤਸ਼ਾਹ ਪੈਦਾ ਹੁੰਦਾ ਆ। ਨਾਮ ਇਹ ਐਡੀ ਵੱਡੀ ਬਖਸ਼ਿਸ਼ ਕਰਦਾ ਹੈ, ਇਹ ਵੀ ਵਾਹਿਗੁਰੂ ਆਪ ਹੀ ਕਰਦਾ ਆ। ਬਸ ਗੱਲ ਆ ਕਿ ਆਪਾਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਦਰਸ਼ਨ ਹੋਣ। ਬੇਅੰਤ ਅਰਦਾਸਾਂ ਹੁੰਦੀਆਂ ਆ ਸਵੇਰ ਦੀ ਡਿਸਕਸ਼ਨ ਦੇ ਵਿੱਚ ਕਿ ਵਾਹਿਗੁਰੂ ਸਾਨੂੰ ਅੱਗੇ ਲੈ ਕੇ ਜਾਓ। ਅੱਗੇ ਲੈ ਕੇ ਜਾਣਾ ਹੈ ਵਾਹਿਗੁਰੂ ਨੇ, ਲਿਜਾਣ ਵਾਸਤੇ ਤੇ ਬਿਠਾਇਆ ਆ, ਨਾਮ ਜਪਾ ਰਿਹਾ। ਬਸ ਗੱਲ ਇਹ ਆ, ਕਾਹਲੇ ਪੈਣ ਦੀ ਗੱਲ ਨਹੀਂ ਹੁੰਦੀ। ਇਹ ਸਮਝ ਲਈਏ ਕਿ ਵਾਹਿਗੁਰੂ ਦੇ ਹੱਥ ਆ। ਬਸ ਵਾਹਿਗੁਰੂ ਨੂੰ ਕੀ ਚੰਗਾ ਲੱਗਦਾ ਆ? ਭਗਤੀ। ਵਾਹਿਗੁਰੂ ਕਹਿਣਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਬਸ ਉਹ ਵਾਹਿਗੁਰੂ ਆਖਦੇ ਰਹੀਏ, ਵਾਹਿਗੁਰੂ ਕੰਨਾਂ ਦੇ ਨਾਲ ਸੁਣਦੇ ਰਹੀਏ, ਧਿਆਨ ਸੁਰਤ ਆਪੇ ਟੁਕ ਜਾਣੀ ਆ। ਹੋਰ ਖਿਆਲ ਛੱਡ ਦਈਏ ਕਿ ਵਾਹਿਗੁਰੂ ਬਸ ਆ ਗਿਆ, ਬਸ ਵਾਹਿਗੁਰੂ ਆ ਗਿਆ, ਬਸ ਸੁਰਤੀ ਲੱਗ ਗਈ, ਧਿਆਨ ਹੀ ਉੱਧਰ ਰਹਿੰਦਾ ਮੇਰੇ ਵਰਗੇ ਦਾ। ਉਸ ਨੂੰ ਛੱਡ ਦਈਏ, ਸਿਰਫ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਟਿਕਾ ਲਈਏ। ਗੁਰੂ ਸਾਹਿਬ ਨੂੰ ਬੇਨਤੀ ਕਰੀਏ, ਗੁਰੂ ਸਾਹਿਬ ਜੀ ਮੇਰੀ ਸੁਰਤ ਨੂੰ ਟਿਕਾ ਦਿਓ, ਸ਼ਬਦ ਤੇ ਸੁਰਤ ਦਾ ਮੇਲ ਕਰਾ ਦਿਓ, ਤੁਸੀਂ ਕਰਾਉਣਾ ਆ। ਬਸ ਉਹ ਜਦੋਂ ਮੇਲ ਹੋ ਗਿਆ, ਸੁਰਤੀ ਲੱਗ ਜਾਣੀ ਆ। ਭਗਤੀ ਇਹ ਕੰਮ ਕਰਦੀ ਆ, ਨਾਮ ਇਹ ਕੰਮ ਕਰਦਾ ਹੈ। ਉਤਸ਼ਾਹ ਪੈਦਾ ਹੁੰਦਾ ਆ ਕਿ ਅੱਗੋਂ ਬਸ ਦਰਸ਼ਨ ਹੋਣੇ ਆ। ਤੂੰ ਕਾਹਲਾ ਨਹੀਂ ਪੈਂਦਾ ਗੁਰਸਿੱਖ ਜਿਹੜਾ ਭਗਤੀ ਕਰਦਾ ਆ। ਭਗਤੀ ਵਾਲੇ ਨੂੰ ਪਤਾ ਲੱਗਦਾ ਕਿ ਹਾਂ ਮੇਰਾ ਮਾਰਗ ਸਹੀ ਆ ਤੇ ਮੈਨੂੰ ਬਹੁਤ ਸ਼ਾਂਤੀ ਆ। ਨਾਨਕ ਭਗਤਾਂ ਸਦਾ ਵਿਗਾਸ, ਹਮੇਸ਼ਾ ਖੇੜਾ ਆ ਭਗਤਾਂ ਦੇ ਮਨ ਦੇ ਵਿੱਚ, ਕਦੇ ਝੂਰਿਆ ਨਹੀਂ ਹੁੰਦਾ। ਫਿਰ ਅੱਗੇ ਚੌਥੇ ਪਦੇ ਵਿੱਚ, ਅਖੀਰਲੇ ਪਦੇ 'ਚ ਗੁਰੂ ਸਾਹਿਬ ਹੋਰ ਸਮਝਾਉਂਦੇ ਗੱਲ। ਆਪੇ ਵਡ ਦਾਣਾ ਵਡ ਸ਼ਾਹਾ, ਗੁਰਮੁਖ ਪੂੰਜੀ ਨਾਮ ਵਿਸਾਹਾ। ਵਾਹਿਗੁਰੂ ਭਾਈ, ਵਾਹਿਗੁਰੂ ਆਪ ਬੜਾ ਦਾਨਾ ਆ। ਇਹ ਗੁਰੂ ਸਾਹਿਬ ਦਾਨਾ ਵੀ ਲਿਖਦੇ ਆ ਤੇ ਨਾਣੇ ਨਾਲ ਵੀ ਲਿਖਦੇ ਆ, ਦਾਣਾ ਵੀ ਲਿਖਦੇ ਆ। ਦਾਨਾ ਹੁੰਦਾ ਆ ਸਿਆਣਾ, ਤੇ ਆਪ ਹੀ ਵੱਡਾ ਸ਼ਾਹ ਆ। ਸ਼ਾਹੂਕਾਰ ਵੀ ਵਾਹਿਗੁਰੂ ਆਪ ਹੀ ਆ। ਵਡ ਸ਼ਾਹ, ਬਹੁਤ ਵੱਡਾ ਸ਼ਾਹੂਕਾਰ ਜਿਹਦੇ ਕੋਲ ਸਾਰੇ ਸੌਦਾ ਖਰੀਦਦੇ ਆ, ਨਾਮ ਦਾ ਸੌਦਾ। ਗੁਰਮੁਖ ਪੂੰਜੀ ਨਾਮ ਵਿਸਾਹਾ। ਭਾਈ ਗੁਰਮੁਖ ਫਿਰ ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਨਾਮ ਪੂੰਜੀ ਭਾਵ ਸਰਮਾਇਆ ਇਕੱਠਾ ਕਰੋ। ਵਿਸਾਹ, ਉਹਨੂੰ ਵਸਾਓ, ਉਹਨੂੰ ਇਕੱਠਾ ਕਰੋ।
ਹਰ ਹਰ ਦਾਤ ਕਰੋ ਪ੍ਰਭ ਭਾਵੈ, ਗੁਣ ਨਾਨਕ ਨਾਮ ਓ ਮਹਾਰਾਮ। ਹੇ ਨਾਨਕ ਆਖ ਕਿ ਵਾਹਿਗੁਰੂ ਪ੍ਰਭ ਕਿ ਆਪਣੇ ਨਾਮ ਦੀ ਦਾਤ ਦਿਓ। ਹਰ ਹਰ ਦਾਤ ਕਰੋ ਪ੍ਰਭ, ਹੇ ਪ੍ਰਭੂ, ਹੇ ਵਾਹਿਗੁਰੂ ਮੈਨੂੰ ਆਪਣੇ ਨਾਮ ਦੀ ਦਾਤ ਦਿਓ। ਨਾਮ ਜਪਾਓ ਮੇਰੇ ਕੋਲੋਂ, ਨਾਮ ਦੀ ਦਾਤ ਵੀ ਦਿਓ। ਬਸ ਉਹ ਦਾਤ ਮੇਰੇ ਤੋਂ ਖੁੰਝੇ ਨਾ, ਕਿਰਪਾ ਕਰੋ। ਭਾਵ ਹੈ ਕਿ ਜਿਵੇਂ ਵਾਹਿਗੁਰੂ ਤੈਨੂੰ ਭਾਉਂਦਾ ਹੈ, ਜੇ ਤੈਨੂੰ ਚੰਗਾ ਲੱਗੇ ਮੈਨੂੰ ਮੇਰੇ ਅੰਦਰ ਤੇਰਾ ਨਾਮ ਵਸ ਜਾਏ। ਗੁਣ ਨਾਨਕ ਨਾਮ ਓ ਮਹਾਰਾਮ। ਮੈਂ ਤੇਰੇ ਗੁਣ ਗਾਵਾਂ, ਮੈਂ ਤੇਰਾ ਨਾਮ ਜਪਾਂ, ਮੇਰੇ ਅੰਦਰ ਚਾਅ ਪੈਦਾ ਹੋ ਜਾਏ, ਉਮਾਹ ਪੈਦਾ ਹੋ ਜਾਏ। ਤੇ ਵਾਹਿਗੁਰੂ ਇਹ ਬਖਸ਼ਿਸ਼ ਕਰ, ਕਿਰਪਾ ਕਰ। ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਵਾਹਿਗੁਰੂ ਦੀ, ਜੋ ਵਾਹਿਗੁਰੂ ਕਰਦਾ ਆ, ਜੋ ਵਾਹਿਗੁਰੂ ਹੈ, ਉਹਦੇ ਬਾਰੇ ਗੱਲ ਸਮਝਾਈ ਆ ਕਿ ਭਾਈ ਵਾਹਿਗੁਰੂ ਆਪ ਹੀ ਯੋਗੀ ਆ, ਯੁਕਤ ਵੀ ਆ, ਆਪ ਸਾਰੇ ਯੁੱਗਾਂ ਤੋਂ ਆਪ ਨਿਰਭਉ ਹੋ ਕੇ ਸਮਾਧੀ ਲਾਉਂਦਾ ਆ, ਆਪ ਹੀ ਆਪ ਵਰਤਦਾ ਹਰ ਜਗ੍ਹਾ ਤੇ ਨਾਮ ਵਿੱਚ ਜੋੜ ਕੇ ਆਪ ਹੀ ਵਾਹਿਗੁਰੂ ਉਤਸ਼ਾਹ ਪੈਦਾ ਕਰਦਾ ਹੈ। ਆਪ ਹੀ ਦੀਪ ਆ, ਆਪ ਹੀ ਲੋ ਆ, ਸਾਰੇ ਭਵਨ ਆਪ ਹੀ ਆ, ਤਾਂ ਆਪ ਹੀ ਉਹਨਾਂ ਵਿੱਚ ਚਾਨਣ। ਆਪ ਹੀ ਗੁਰੂ ਉਸ ਦੀ ਵੀ ਹੋਂਦ ਵਾਲਾ, ਤੇ ਬਾਣੀ ਸਮੁੰਦਰ ਵੀ ਆਪ ਹੀ ਆ, ਆਪ ਹੀ ਵਿਚਾਰਨ ਵਾਲਾ ਆ। ਆਪ ਹੀ ਵਾਹਿਗੁਰੂ ਵਿਚਾਰ ਵਿਚਾਰ ਕੇ ਤੱਤ ਨੂੰ ਲੁਭਾਉਂਦਾ ਆ, ਅਸਲੀਅਤ ਲੁਭਾਉਂਦਾ ਆ, ਵਾਹਿਗੁਰੂ ਬਾਰੇ ਸੂਝ ਦਿੰਦਾ ਹੈ। ਤੇ ਆਪ ਹੀ ਨਾਮ ਜਪ ਕੇ ਨਾਮ ਜਪਣ ਵਾਲਿਆਂ ਦੇ ਅੰਦਰ ਉਤਸ਼ਾਹ ਪੈਦਾ ਕਰਦਾ। ਆਓ ਸਖੀ ਸਿੱਖੀ ਮਿਲੋ, ਸਤਸੰਗੀਓ ਗੁਰਸਿੱਖ ਪਿਆਰਿਓ ਮਿਲੋ, ਮਿਲ ਕੇ ਆਪਾਂ ਗੁਣ ਗਾਈਏ, ਸੰਗਤ ਕਰੀਏ, ਗੁਰਮੁਖ ਨਾਮ ਜਪੋ ਹਰ ਲਾਹ। ਗੁਰੂ ਦੀ ਸ਼ਰਨ ਪੈ ਕੇ ਭਾਈ, ਗੁਰੂ ਦੀ ਸ਼ਰਨ ਪੈ ਕੇ ਨਾਮ ਜਪੋ, ਅੰਮ੍ਰਿਤ ਦੀ ਦਾਤ ਲਓ। ਇਹ ਲਾਹ ਜੀਵਨ ਦਾ ਇਹੀ ਲਾਭ ਆ। ਜਿਹਦੇ ਮਨ, ਜਿਸ ਮਨੁੱਖ ਦੇ ਮਨ ਵਿੱਚ ਭਗਤੀ ਦ੍ਰਿੜੀ, ਜਿਸ ਨੇ ਭਗਤੀ ਨੂੰ ਦ੍ਰਿੜ ਕਰ ਲਿਆ, ਜਿਹਦੇ ਮਨ ਵਿੱਚ ਨਾਮ ਪਿਆਰਾ ਲੱਗਿਆ, ਤੇ ਵਾਹਿਗੁਰੂ ਉਹਨੂੰ ਆਪ ਉਤਸ਼ਾਹ ਪੈਦਾ ਕਰਦਾ ਹੈ ਹੋਰ ਨਾਮ ਜਪਣ ਦਾ। ਵਾਹਿਗੁਰੂ ਆਪ ਹੀ ਵੱਡਾ ਸਿਆਣਾ, ਬਹੁਤ ਸਿਆਣਾ ਆ, ਆਪ ਹੀ ਵੱਡਾ ਸ਼ਾਹ ਆ। ਗੁਰੂ ਦੀ ਸ਼ਰਨ ਪੈ ਕੇ ਆਪ ਹੀ ਵਾਹਿਗੁਰੂ, ਇਹ ਭਾਈ ਗੁਰੂ ਦੀ ਸ਼ਰਨ ਪੈ ਕੇ ਇਹ ਨਾਮ ਧਨ ਇਕੱਠਾ ਕਰਨਾ ਹੈ, ਸਰਮਾਇਆ ਹੈ। ਇਸ ਕਰਕੇ ਨਾਨਕ, ਇਹ ਵਾਹਿਗੁਰੂ ਆਖ ਕਿ ਵਾਹਿਗੁਰੂ ਮੈਨੂੰ ਵੀ ਦਾਤ ਦੇ, ਨਾਮ ਦੀ ਦਾਤ ਦੇ। ਮੇਰੇ ਅੰਦਰ ਵਾਹਿਗੁਰੂ ਨਾਮ ਜਪਣ ਦਾ, ਵਾਹਿਗੁਰੂ ਤੇਰੇ ਗੁਣ ਗਾਉਣ ਦਾ ਚਾਅ ਪੈਦਾ ਹੋ ਜਾਏ। ਬਖਸ਼ਿਸ਼ ਕਰੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਆਪ ਬਖਸ਼ਿਸ਼ ਕਰੋ। ਸਾਰੀ ਸੰਗਤ ਦੇ ਮਨ ਵਿੱਚ ਇਹ ਉਤਸ਼ਾਹ, ਇਹ ਮਾਹ ਪੈਦਾ ਕਰੋ ਕਿ ਵਾਹਿਗੁਰੂ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਚਾਉ, ਚਾਅ ਪੈਦਾ ਹੋ ਜਾਏ। ਬਖਸ਼ਿਸ਼ ਕਰਨ ਗੁਰੂ ਸਾਹਿਬ। ਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਸਾਧ ਸੰਗਤ ਬਖਸ਼ਣ ਯੋਗ ਬਖਸ਼ਣਾ ਜੀ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਤੁਸੀਂ ਬਖਸ਼ਣਹਾਰ, ਬਖਸ਼ੋ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ,